ਮੇਰੇ ਘਰ ਦੇ ਹਾਲਾਤ ਬਹੁਤ ਖਰਾਬ ਸਨ। ਇਸ ਲਈ ਕਿਸੇ ਨੇ ਮੈਨੂੰ ਬੰਗਾਲ ਵਿੱਚ ਨੌਕਰੀ ਕਰਨ ਲਈ ਕਿਹਾ। ਮੈਂ ਬੰਗਾਲ ਵਿੱਚ ਕੰਮ ਕਰਨ ਲਈ ਚਲਾ ਗਿਆ। ਬੰਗਾਲ ਜਾਣ ਤੋਂ ਬਾਅਦ ਮੇਰੇ ਸਾਹਮਣੇ ਹੋਰ ਵੀ ਮੁਸ਼ਕਲਾਂ ਆਈਆਂ ਸਨ ਅਤੇ ਮੈਨੂੰ ਇੱਥੇ ਆਈ ਸਿਰਫ 6 ਮਹੀਨੇ ਹੀ ਹੋਏ ਸਨ। ਇਸੇ ਲਈ ਮੈਂ ਕਦੇ ਵੀ ਆਪਣੀ ਜ਼ਿੰਦਗੀ ਨੂੰ ਕਿਸੇ ਖੁਸ਼ੀ ਨਾਲ ਭਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਕਦੇ ਵੀ ਕਿਸੇ ਕੁੜੀ ਵੱਲ ਤੱਕਿਆ ਵੀ ਨਹੀਂ ਸੀ ਅਤੇ ਨਾ ਹੀ ਪਹਿਲਾਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਇੱਥੇ ਆ ਕੇ ਕੁਝ ਦਿਨ ਬੀਤ ਗਏ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਜ਼ਿੰਦਗੀ ਵਿੱਚ ਬਹਾਰ ਆ ਗਈ ਹੋਵੇ। ਇੱਕ ਬੰਗਾਲੀ ਕੁੜੀ ਨੇ ਮੈਨੂੰ ਪਸੰਦ ਕਰ ਲਿਆ ਸੀ। ਉਹ ਮੇਰੇ ਨਾਲੋਂ ਬਹੁਤ ਛੋਟੀ, ਜਵਾਨ ਅਤੇ ਸੁੰਦਰ ਸੀ। ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਉਹ ਵੀ ਮੇਰੇ ਨਾਲ ਕੰਮ ਕਰਦੀ ਸੀ। ਮੈਂ ਬੰਗਾਲ ਦੀ ਇੱਕ ਫੈਕਟਰੀ ਦੇ ਉਤਪਾਦਨ ਵਿਭਾਗ ਵਿੱਚ ਕੰਮ ਕਰਦਾ ਸੀ ਅਤੇ ਉਹ ਵੀ ਉੱਥੇ ਮੇਰੇ ਨਾਲ ਕੰਮ ਕਰਦੀ ਸੀ। ਉਸਨੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਮੈਨੂੰ ਪਸੰਦ ਕਰਦੀ ਹੈ। ਜਿਵੇਂ ਹੀ ਮੈਂ ਇਹ ਸੁਣਿਆ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦਿਲ ਧੜਕਣਾ ਭੁੱਲ ਗਿਆ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਬਿਜਨੌਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਬਾਹਰ ਆ ਕੇ ਇੱਕ ਸਧਾਰਨ ਨੌਕਰੀ ਕਰਨ ਤੋਂ ਬਾਅਦ ਮੈਂ ਇੱਕ ਬੰਗਾਲੀ ਕੁੜੀ ਦਾ ਪਤੀ ਬਣ ਜਾਵਾਂਗਾ। ਤੁਹਾਨੂੰ ਇਹ ਸੁਣ ਕੇ ਵੀ ਅਜੀਬ ਲੱਗ ਰਿਹਾ ਹੋਵੇਗਾ। ਮੇਰੀ ਉਮਰ 35 ਸਾਲ ਦੀ ਸੀ ਅਤੇ ਉਸਦੀ 20 ਸਾਲ ਦੀ। ਮੈਂ ਉਸ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਸੀ। ਉਹ ਕੁੜੀ 20 ਸਾਲ ਦੀ ਸੀ। ਇਹ ਮੇਰੇ ਲਈ ਬਹੁਤ ਖੁਸ਼ਕਿਸਮਤ ਵਾਲੀ ਗੱਲ ਸੀ। ਮੇਰੇ ਵਰਗੇ 35 ਸਾਲ ਦੇ ਮੁੰਡੇ ਨੂੰ 20 ਸਾਲ ਦੀ ਜਵਾਨ ਤੇ ਸੋਹਣੀ ਕੁੜੀ ਮਿਲ ਰਹੀ ਸੀ, ਜਦੋਂ ਕਿ ਸਾਡੇ ਦੋਵਾਂ ਦੀ ਉਮਰ ਵਿੱਚ 15 ਸਾਲ ਦਾ ਫਰਕ ਸੀ। ਆਖਰ ਉਸਨੇ ਮੇਰੇ ਵਿੱਚ ਕਿਹੜਾ ਗੁਣ ਦੇਖਿਆ ਸੀ ਜੋ ਉਸਨੇ ਮੈਨੂੰ ਪਸੰਦ ਕਰ ਲਿਆ ਸੀ। ਮੇਰੇ ਲਈ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ ਸੀ, ਕਿਉਂਕਿ ਪਿੰਡ ਵਿੱਚ ਮੈਨੂੰ ਕੋਈ ਵੀ ਰਿਸ਼ਤਾ ਨਹੀਂ ਦੇ ਰਿਹਾ ਸੀ, ਕਿਉਂਕਿ ਲੋਕ ਕਹਿ ਰਹੇ ਸਨ ਕਿ ਆਸ਼ੀਸ਼ ਉੱਥੇ ਜਾ ਕੇ ਕਾਫੀ ਵਿਅਸਤ ਹੋ ਗਿਆ ਹੈ। ਆਸ਼ੀਸ਼ ਕੋਲ ਨਾ ਤਾਂ ਸਮਾਂ ਹੈ ਅਤੇ ਨਾ ਹੀ ਇੰਨਾ ਪੈਸਾ। ਅਸੀਂ ਉਸ ਨੂੰ ਆਪਣੀ ਧੀ ਨਹੀਂ ਦੇ ਸਕਦੇ। ਹੁਣ ਮੇਰੀ ਉਮਰ ਵੀ ਬਹੁਤ ਹੋ ਗਈ ਹੈ ਅਤੇ ਅਜੇ 'ਚ ਇੰਨੀ ਛੋਟੀ ਉਮਰ ਦੀ ਲੜਕੀ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਅਤੇ ਉਹ ਇੰਨੀ ਸੁੰਦਰ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਦੇ ਨਾਲ ਬਿਤਾ ਸਕਦਾ ਹਾਂ। ਜਦੋਂ ਮੈਂ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਤਾਂ ਪਹਿਲਾਂ ਉਹ ਬਹੁਤ ਖੁਸ਼ ਹੋਏ, ਪਰ ਫਿਰ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਮੈਂ ਫੋਨ ਤੇ ਮਾਂ ਨੂੰ ਪੁੱਛਿਆ, ਕੀ ਹੋਇਆ ਮਾਂ? ਮਾਂ ਬੋਲੀ, ਆਸ਼ੀਸ਼ ਪੁੱਤਰ, ਤੈਨੂੰ ਲੱਗਦਾ ਹੈ ਕਿ ਬੰਗਾਲੀ ਕੁੜੀ ਤੈਨੂੰ ਸਾਡੇ ਕੋਲ ਆਉਣ ਦੇਵੇਗੀ? ਅਜਿਹਾ ਬਿਲਕੁਲ ਨਹੀਂ ਹੋਵੇਗਾ। ਹੁਣ ਤੁਸੀਂ ਸਿਰਫ ਬੰਗਾਲ ਦੇ ਹੀ ਹੋ ਕੇ ਰਹਿ ਜਾਓਗੇ। ਮੈਂ ਬਹੁਤ ਖੁਸ਼ ਹਾਂ ਪੁੱਤਰ, ਤੈਨੂੰ ਇੰਨੀ ਘੱਟ ਉਮਰ ਦੀ ਕੁੜੀ ਮਿਲ ਰਹੀ ਹੈ ਤੇ ਯਕੀਨਨ ਉਹ ਪਿੰਡ ਦੀਆਂ ਕੁੜੀਆਂ ਨਾਲੋਂ ਸੋਹਣੀ ਹੋਵੇਗੀ। ਉਹ ਵੀ ਤੇਰਾ ਖਿਆਲ ਰੱਖੇਗੀ ਕਿਉਂਕਿ ਤੂੰ ਉਸ ਤੋਂ ਉਮਰ ਵਿੱਚ ਬਹੁਤ ਵੱਡਾ ਹੈ ਤੇ ਉਸ ਨੇ ਤੈਨੂੰ ਆਪਣੀ ਮਰਜ਼ੀ ਨਾਲ ਪਸੰਦ ਕੀਤਾ ਹੈ। ਪਰ ਸਮੱਸਿਆ ਇਹ ਹੈ ਕਿ ਤੂੰ ਸਾਨੂੰ ਭੁੱਲ ਜਾਵੇਂਗਾ। ਅਸੀਂ ਸਾਰੀ ਉਮਰ ਤੈਨੂੰ ਪਾਲਿਆ, ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਅਤੇ ਅੰਤ ਵਿੱਚ ਤੁਹਾਨੂੰ ਉਹ ਬੰਗਾਲੀ ਲੜਕੀ ਮਿਲ ਜਾਵੇਗੀ। ਪਰ ਸਾਡੀ ਕਿਸਮਤ ਵਿੱਚ ਆਖਿਰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਬਚੇਗਾ। ਬਸ ਬੇਟਾ, ਮੇਰੇ ਦਿਲ ਦਾ ਬੋਝ ਹਲਕਾ ਹੋ ਗਿਆ ਹੈ। ਹੁਣ ਮੈਂ ਕਾਲ ਕੱਟਦੀ ਹਾਂ। ਮਾਂ ਦੇ ਰੋਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਮੰਨਿਆ, ਇਹ ਬਿਲਕੁਲ ਸਹੀ ਸੀ। ਜਦੋਂ ਮੈਂ ਬਬੀਤਾ ਨਾਲ ਵਿਆਹ ਕਰ ਰਿਹਾ ਸੀ ਤਾਂ ਮੈਨੂੰ ਹੋਰ ਲੋਕਾਂ ਨੂੰ ਭੁੱਲਣਾ ਹੀ ਪੈਂਦਾ। ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਰੁਜ਼ਗਾਰ ਇੱਕ ਵਿਅਕਤੀ ਨੂੰ ਇੰਨਾ ਪਰੇਸ਼ਾਨ ਕਰਦਾ ਹੈ ਕਿ ਉਸ ਨੂੰ ਆਪਣਿਆਂ ਨੂੰ ਛੱਡਣਾ ਹੀ ਪੈਂਦਾ ਹੈ। ਮੈਂ ਉਹਨਾਂ ਕੁੜੀਆਂ ਦਾ ਦਰਦ ਬਹੁਤ ਮਹਿਸੂਸ ਕੀਤਾ ਜੋ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੇ ਸਹੁਰੇ ਘਰ ਜਾਂਦੀਆਂ ਹਨ ਅਤੇ ਫਿਰ ਉਹਨਾਂ ਨੂੰ ਆਪਣੇ ਘਰ ਵਾਪਸ ਆਉਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ। ਜਦੋਂ ਮੈਂ ਇਹ ਗੱਲ ਆਪਣੀ ਹੋਣ ਵਾਲੀ ਬੰਗਾਲੀ ਪਤਨੀ ਬਬੀਤਾ ਨੂੰ ਕਹੀ ਤਾਂ ਉਸਨੇ ਮੈਨੂੰ ਜੱਫੀ ਪਾ ਕੇ ਕਿਹਾ, ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ? ਕੀ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਇੱਕ ਇੱਜ਼ਤਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਅਤੇ ਮੈਂ ਕਿਹੜਾ ਵੱਖਰੀ ਹਾਂ? ਮੇਰੇ ਪਰਿਵਾਰ ਦੇ ਵੀ ਤੁਹਾਡੇ ਪਰਿਵਾਰ ਵਾਲੇ ਹੀ ਅਸੂਲ ਹਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇੰਨੇ ਭਾਵੁਕ ਹੋ ਰਹੇ ਹੋ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਤੁਸੀਂ ਮੈਨੂੰ ਬੇਅੰਤ ਪਿਆਰ ਕਰੋਗੇ। ਤੁਸੀਂ ਮੈਨੂੰ ਇੰਨਾ ਪਿਆਰ ਕਰੋਗੇ ਕਿ ਮੈਂ ਸਾਰੀ ਉਮਰ ਖੁਸ਼ ਰਹਾਂਗੀ। ਜ਼ਾਹਰ ਹੈ ਕਿ ਜੋ ਲੜਕਾ ਆਪਣੇ ਮਾਤਾ ਪਿਤਾ ਦਾ ਆਦਰ ਕਰਦਾ ਹੈ ਉਹ ਅਸਲ ਵਿੱਚ ਅਸਲੀ ਆਦਮੀ ਹੁੰਦਾ ਹੈ ਜੋ ਆਪਣੀ ਪਤਨੀ ਨੂੰ ਲੋੜੀਂਦਾ ਪਿਆਰ ਦੇ ਸਕਦਾ ਹੈ। ਮੈਂ ਆਪਣੀ ਪਤਨੀ ਦਾ ਅਜਿਹਾ ਕੋਮਲ ਦਿਲ ਦੇਖ ਕੇ ਬਹੁਤ ਖੁਸ਼ ਹੋਇਆ। ਮੈਂ ਉਸ ਨੂੰ ਪੁੱਛਿਆ, ਕੀ ਤੁਸੀਂ ਮੇਰੇ ਮਾਤਾ ਪਿਤਾ ਕੋਲ ਜਾਣ ਦੀ ਇਜਾਜ਼ਤ ਦੇ ਰਹੇ ਹੋ? ਤੁਹਾਨੂੰ ਪਤਾ ਹੈ ਨਾ, ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਵਿਆਹ ਤੋਂ ਬਾਅਦ ਇੱਥੇ ਹੀ ਰਹਿਣਾ ਚਾਹੁੰਦੇ ਹੋ। ਤਾਂ ਉਹ ਬੋਲੀ, ਹਾਏ ਮੇਰੇ ਪਾਗਲ ਪਤੀ, ਮੈਂ ਤੈਨੂੰ ਕਹਿ ਰਹੀ ਹਾਂ ਕਿ ਤੁਸੀਂ
ਆਪਣੇ ਮਾਂ-ਬਾਪ ਨੂੰ ਇੱਥੇ ਬੰਗਾਲ ਬੁਲਾ ਲਓ। ਵੈਸੇ ਵੀ ਉਹ ਘਰ ਰਹਿ ਕੇ ਕੀ ਕਰਨਗੇ? ਤੁਸੀਂ ਉਹਨਾਂ ਦੇ ਇਕਲੌਤੇ ਪੁੱਤਰ ਹੋ। ਹੁਣ ਉਹ ਉੱਥੇ ਇਕੱਲੇ ਰਹਿ ਗਏ ਹਨ। ਜੇ ਤੁਸੀਂ ਚਾਹੋ ਤਾਂ ਉਹਨਾਂ ਨੂੰ ਇੱਥੇ ਬੁਲਾ ਸਕਦੇ ਹੋ। ਤੁਸੀਂ ਆਪ ਹੀ ਕਹਿੰਦੇ ਹੋ ਕਿ ਤੁਹਾਡੇ ਰਿਸ਼ਤੇਦਾਰ ਚੰਗੇ ਨਹੀਂ ਹਨ ਅਤੇ ਨਾ ਹੀ ਤੁਹਾਡੇ ਪਰਿਵਾਰ ਨਾਲ ਉਹਨਾਂ ਦਾ ਵਿਵਹਾਰ ਚੰਗਾ ਹੈ। ਫਿਰ ਤੁਹਾਡੇ ਮਾਪੇ ਉੱਥੇ ਇਕੱਲੇ ਰਹਿ ਕੇ ਕੀ ਕਰਨਗੇ? ਤੁਸੀਂ ਉਹਨਾਂ ਨੂੰ ਇੱਥੇ ਬੁਲਾਓ ਅਤੇ ਅਸੀਂ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਇੱਥੇ ਵਿਆਹ ਕਰਵਾ ਲਵਾਂਗੇ। ਫਿਰ ਮੇਰੀ ਪਤਨੀ ਬਬੀਤਾ ਦੇ ਕਹੇ ਗਏ ਸ਼ਬਦ ਮੈਨੂੰ ਬਹੁਤ ਚੰਗੇ ਲੱਗੇ। ਮੈਂ ਇਹ ਖੁਸ਼ਖਬਰੀ ਆਪਣੇ ਮਾਪਿਆਂ ਨੂੰ ਸੁਣਾਈ। ਮੇਰੇ ਮਾਤਾ-ਪਿਤਾ ਦੀ ਯਾਤਰਾ ਦਾ ਸਾਰਾ ਖਰਚਾ ਬਬੀਤਾ ਨੇ ਹੀ ਕੀਤਾ ਸੀ। ਵੈਸੇ ਵੀ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਹ 18 ਸਾਲ ਦੀ ਉਮਰ ਤੋਂ ਹੀ ਇਸ ਫੈਕਟਰੀ ਵਿੱਚ ਕੰਮ ਕਰ ਰਹੀ ਸੀ ਅਤੇ ਮੈਂ ਸਿਰਫ 6 ਮਹੀਨੇ ਹੀ ਫੈਕਟਰੀ ਵਿੱਚ ਕੰਮ ਕੀਤਾ ਸੀ। ਇਸੇ ਕਰਕੇ ਮੇਰੀ ਤਨਖਾਹ ਉਸ ਤੋਂ ਘੱਟ ਸੀ। ਸ਼ਾਇਦ ਬਬੀਤਾ ਆਪਣੀ ਜ਼ਿੰਦਗੀ ਵਿੱਚ ਅਜਿਹਾ ਆਦਮੀ ਚਾਹੁੰਦੀ ਸੀ ਜੋ ਉਸ ਦੇ ਨਾਲ ਤੁਰਦਾ ਚੰਗਾ ਲੱਗੇ। ਵੈਸੇ ਮੈਂ 35 ਸਾਲ ਦਾ ਸੀ ਪਰ ਮੇਰਾ ਕੱਦ ਅਤੇ ਸਿਹਤ ਚੰਗੀ ਸੀ। ਇਸੇ ਕਰਕੇ ਵੀ ਮੈਂ ਜਵਾਨ ਲੱਗਦਾ ਸੀ। ਮੈਂ ਇੱਕ ਨੌਜਵਾਨ ਲੜਕੇ ਵਰਗਾ ਲੱਗਦਾ ਸੀ, ਨਾ ਕਿ ਇੱਕ ਆਦਮੀ ਵਰਗਾ। ਪਿੰਡ ਦੇ ਲੋਕਾਂ ਦੀ ਸੋਚ ਅਜਿਹੀ ਸੀ ਕਿ ਉਹ ਆਪਣੀ ਧੀ ਮੈਨੂੰ ਨਹੀਂ ਦੇਣਾ ਚਾਹੁੰਦੇ ਸਨ। ਖੈਰ, ਹੁਣ ਮੇਰੇ ਕੋਲ ਇੱਕ ਕੁੜੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਅਤੇ ਮੇਰੇ ਲਈ ਪਾਗਲ ਸੀ। ਮੈਂ ਇੱਕ ਹਫ਼ਤੇ ਦੇ ਅੰਦਰ ਆਪਣੇ ਮਾਤਾ-ਪਿਤਾ ਨੂੰ ਬੰਗਾਲ ਬੁਲਾਇਆ। ਇਹ ਸਭ ਦੇਖ ਕੇ ਸਾਡੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ ਕਿ ਆਸ਼ੀਸ਼ ਦੀ ਕਿਸਮਤ ਜਾਗ ਗਈ। ਉਸਨੇ ਇੱਕ ਬੰਗਾਲੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਆਪਣੇ ਮਾਤਾ-ਪਿਤਾ ਨੂੰ ਵੀ ਉੱਥੇ ਹੀ ਬੁਲਾ ਲਿਆ। ਜਦੋਂ ਮੇਰੇ ਮਾਤਾ-ਪਿਤਾ ਇੱਥੇ ਆਏ ਤਾਂ ਉਹਨਾਂ ਦੀ ਮੌਜੂਦਗੀ ਵਿੱਚ ਮੇਰਾ ਵਿਆਹ ਹੋਇਆ। ਵਿਆਹ ਵਾਲੇ ਦਿਨ ਸਾਰੇ ਬਹੁਤ ਖੁਸ਼ ਸੀ। ਮੈਨੂੰ ਯਕੀਨ ਨਹੀਂ ਸੀ ਕਿ ਇਹ ਸਭ ਹਕੀਕਤ ਵਿੱਚ ਹੋ ਰਿਹਾ ਸੀ ਜਾਂ ਇਹ ਇੱਕ ਸੁਪਨਾ ਸੀ। ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉਹ ਮੇਰੇ ਤੋਂ ਸਿਰਫ ਪਿਆਰ ਅਤੇ ਸਤਿਕਾਰ ਚਾਹੁੰਦੀ ਹੈ। ਰਾਤ ਦੇ 2 ਵਜੇ ਸਨ ਅਤੇ ਉਹ ਮੇਰੇ ਕਮਰੇ ਵਿੱਚ ਮੇਰੇ ਸਾਹਮਣੇ ਬੈਠੀ ਸੀ। ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਉਹ ਇੱਕ ਸੁੰਦਰ ਗੁੱਡੀ ਵਰਗੀ ਲੱਗ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਮਾਸੂਮ ਜਿਹੀ ਮੂਰਤ ਮੇਰੇ ਸਾਹਮਣੇ ਬੈਠੀ ਹੈ। ਮੈਂ ਵੀ ਬਹੁਤ ਸੁੰਦਰ ਲੱਗ ਰਿਹਾ ਸੀ ਅਤੇ ਮਹਿੰਗੇ ਕੱਪੜੇ ਪਾਏ ਹੋਏ ਸਨ, ਪਰ ਮੈਂ ਅਨਪੜ੍ਹ ਬੰਦਾ ਸੀ। ਮੇਰੀ ਅਨਪੜ੍ਹਤਾ ਦਾ ਸਬੂਤ ਇਹ ਸੀ ਕਿ ਮੈਂ ਆਪਣੀ ਪਤਨੀ ਲਈ ਜੋ ਤੋਹਫਾ ਖਰੀਦਿਆ ਸੀ ਉਹ ਇੱਕ ਛੋਟੇ ਜਿਹੇ ਬੈਗ ਵਿੱਚ ਰੱਖ ਲਿਆ ਸੀ। ਨਾ ਹੀ ਉਸ ਨੂੰ ਡੱਬੇ ਵਿੱਚ ਰੱਖਿਆ ਅਤੇ ਨਾ ਹੀ ਉਸ ਨੂੰ ਪੈਕ ਕਰਵਾਇਆ, ਜਦੋਂ ਕਿ ਮੇਰੇ ਕੋਲ ਇੱਕ ਬੈਗ ਵਿੱਚ ਪੈਸੇ ਵੀ ਵੱਖਰੇ ਪਏ ਸਨ ਜੋ ਮੈਂ ਅੱਜ ਸਵੇਰੇ ਲੈ ਕੇ ਆਇਆ ਸੀ ਅਤੇ ਭੁੱਲ ਗਿਆ ਸੀ ਕਿ ਮੇਰੀ ਪਤਨੀ ਨੂੰ ਚਾਕਲੇਟ ਪਸੰਦ ਹੈ। ਉਸ ਨੂੰ ਚਾਕਲੇਟ ਅਤੇ ਠੰਡੀ ਬੀਅਰ ਬਹੁਤ ਪਸੰਦ ਹਨ। ਜਦੋਂ ਕਿ ਮੈਂ ਉਸ ਦੇ ਲਈ ਪੈਸੇ ਲੈ ਕੇ ਆਇਆ ਸੀ ਅਤੇ ਮੈਂ ਉਸ ਦੇ ਲਈ ਇੱਕ ਛੋਟਾ ਜਿਹਾ ਨਕਲੀ ਸੈੱਟ ਵੀ ਖਰੀਦ ਲਿਆ ਸੀ। ਵੈਸੇ ਵੀ ਸਾਡੇ ਵਰਗੇ ਲੋਕਾਂ ਦਾ ਸੁਭਾਅ ਕਿਤੇ ਜਾ ਕੇ ਨਹੀਂ ਬਦਲਦਾ। ਮੈਂ ਬਿਨਾਂ ਸੋਚੇ ਸਮਝੇ ਕੁਝ ਪੈਸੇ ਆਪਣੇ ਕੋਲ ਰੱਖ ਲਏ ਸੀ ਕਿ ਉਹ ਜੋ ਚਾਹੇਗੀ ਉਹ ਆਪਣੇ ਲਈ ਲੈ ਆਵੇਗੀ। ਮੈਂ ਭੁੱਲ ਗਿਆ ਸੀ ਕਿ ਉਸ ਕੋਲ ਪਹਿਲਾਂ ਹੀ ਬਹੁਤ ਸਾਰਾ ਪੈਸਾ ਸੀ। ਮੇਰੀ ਪਤਨੀ ਦੇ ਹੱਥ ਵਿੱਚ ਪਹਿਲਾਂ ਹੀ ਇੱਕ ਛੋਟਾ ਜਿਹਾ ਡੱਬਾ ਸੀ। ਸ਼ਾਇਦ ਉਹ ਵੀ ਮੈਨੂੰ ਤੋਹਫਾ ਦੇਣਾ ਚਾਹੁੰਦੀ ਸੀ। ਜਦੋਂ ਮੈਂ ਉਸ ਦੇ ਹੱਥ ਵਿੱਚ ਤੋਹਫਾ ਦੇਖਿਆ ਤਾਂ ਮੈਂ ਪੈਸੇ ਦੇਣ ਦਾ ਇਰਾਦਾ ਬਦਲ ਲਿਆ। ਮੈਂ ਉਸ ਨੂੰ ਪੈਸੇ ਨਾ ਦੇਣ ਬਾਰੇ ਸੋਚਿਆ, ਪਰ ਉਸ ਨੇ ਮੇਰੇ ਹੱਥਾਂ ਵਿੱਚ ਬੈਗ ਦੇਖੇ ਸਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਗਹਿਣਿਆਂ ਦਾ ਸੈੱਟ ਸੀ ਅਤੇ ਦੂਜੇ ਵਿੱਚ ਪੈਸੇ ਸਨ। ਉਹ ਮੈਨੂੰ ਪੁੱਛਣ ਲੱਗੀ, ਆਸ਼ੀਸ਼, ਇਸ ਵਿੱਚ ਕੀ ਹੈ? ਜਦੋਂ ਉਸ ਨੇ ਮੈਨੂੰ ਪੁੱਛਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਇਹ ਦੇਣ ਵਾਲਾ ਸੀ। ਮੈਂ ਉਸ ਨੂੰ ਗਹਿਣਿਆਂ ਦਾ ਸੈੱਟ ਦਿੱਤਾ। ਉਸ ਨੂੰ ਪਸੰਦ ਆਇਆ, ਪਰ ਮੈਂ ਉਸ ਨੂੰ ਕਿਹਾ ਕਿ ਦੂਜਾ ਬੈਗ ਕਿਤੇ ਰੱਖ ਦਿਓ, ਮੈਂ ਸਵੇਰੇ ਤੁਹਾਡੇ ਕੋਲੋਂ ਲੈ ਲਵਾਂਗਾ। ਇਹ ਮੇਰੀ ਰੋਜ਼ਾਨਾ ਦੀ ਜੇਬ ਖਰਚ ਹੈ। ਤਾਂ ਬਬੀਤਾ ਨੇ ਕਿਹਾ ਕਿ ਮੈਂ ਸੋਚਿਆ ਕਿ ਤੁਸੀਂ ਮੇਰੇ ਲਈ ਕੋਈ ਖਾਸ ਤੋਹਫਾ ਲੈ ਕੇ ਆਏ ਹੋ। ਉਹ ਗਹਿਣਿਆਂ ਦਾ ਸੈੱਟ ਵੀ ਇੰਨਾ ਚੰਗਾ ਨਹੀਂ ਸੀ। ਉਹ ਉਸ ਨੂੰ ਪਸੰਦ ਤਾਂ ਆ ਗਿਆ ਸੀ, ਪਰ ਉਸ ਨੂੰ ਦੇਖ ਕੇ ਉਹ ਬਹੁਤ ਖੁਸ਼ ਨਹੀਂ ਸੀ। ਮੈਂ ਉਸ ਨੂੰ ਕਿਹਾ, ਮਾਫ਼ ਕਰਨਾ ਬਬੀਤਾ, ਮੈਂ ਸ਼ਾਇਦ ਇਹ ਸਭ ਆਪਣੇ ਮਾਤਾ-ਪਿਤਾ ਕਰਕੇ ਭੁੱਲ ਗਿਆ ਸੀ ਕਿ ਮੈਂ ਤੁਹਾਨੂੰ ਇੱਕ ਖਾਸ ਸਰਪ੍ਰਾਈਜ਼ ਦੇਣਾ ਹੈ। ਪਰ ਮੈਂ ਕੱਲ ਤੁਹਾਡੇ ਲਈ ਇੱਕ ਵਧੀਆ ਤੋਹਫਾ ਲੈ ਕੇ ਆਵਾਂਗਾ ਜੋ ਤੁਹਾਨੂੰ ਬਹੁਤ ਪਸੰਦ ਆਵੇਗਾ, ਪਰ ਮੈਂ ਤੁਹਾਡੇ ਕੋਲ ਨਹੀਂ ਲਿਆਵਾਂਗਾ। ਤੁਹਾਨੂੰ ਉਸ ਤੋਹਫੇ ਕੋਲ ਜਾਣਾ ਪਵੇਗਾ। ਉਹ ਮੇਰੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਗਈ ਸੀ ਅਤੇ ਉਸ ਦੀ ਨਾਰਾਜ਼ਗੀ ਵੀ ਦੂਰ ਹੋ ਗਈ ਸੀ ਅਤੇ ਉਹ ਸਭ ਕੁਝ ਭੁੱਲ ਕੇ ਮੇਰੇ ਤੋਹਫੇ ਬਾਰੇ ਸੋਚਣ ਲੱਗੀ। ਮੈਂ ਗੱਦੇ ਦੇ ਹੇਠਾਂ ਹੱਥ ਵਧਾ ਕੇ ਉਸ ਨੂੰ ਕਿਹਾ ਕਿ ਮੈਂ ਇਹ ਸਾਰੇ ਪੈਸੇ ਗੱਦੇ ਦੇ ਹੇਠਾਂ ਰੱਖ ਰਿਹਾ। ਫਿਰ ਉਸ ਦਾ ਚਿਹਰਾ ਉਤਰ ਗਿਆ
ਅਜਿਹਾ ਲੱਗਦਾ ਸੀ ਕਿ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਗੱਦੇ ਦੇ ਹੇਠਾਂ ਸਮਾਨ ਰੱਖਾਂ। ਉਹ ਸ਼ਾਇਦ ਮੈਨੂੰ ਆਪਣੇ ਨੇੜੇ ਨਹੀਂ ਆਉਣ ਦੇਵੇਗੀ। ਇਸ ਵਿਆਹ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ, ਕਿਉਂਕਿ ਉਸ ਦਾ ਵਿਆਹ ਹੋਇਆ ਹੈ। ਨਹੀਂ ਤਾਂ ਜਦੋਂ ਮੈਂ ਹੱਥ ਵਧਾਇਆ ਤਾਂ ਉਹ ਮੇਰੇ ਵੱਲ ਅਜਿਹੀਆਂ ਅਜੀਬ ਨਜ਼ਰਾਂ ਨਾਲ ਨਾ ਦੇਖਦੀ। ਮੇਰੇ ਦਿਲ ਵਿੱਚ ਹਜ਼ਾਰ ਸਵਾਲ ਆ ਰਹੇ ਸਨ। ਬਬੀਤਾ ਕਹਿਣ ਲੱਗੀ, ਕੀ ਕਰ ਰਹੇ ਹੋ ਤੁਸੀਂ? ਇਸ ਨੂੰ ਗੱਦੇ ਦੇ ਹੇਠਾਂ ਕਿਉਂ ਰੱਖ ਰਹੇ ਹੋ? ਉਸਨੇ ਮੁਸਕਰਾ ਕੇ ਮੈਨੂੰ ਪੁੱਛਿਆ। ਮੈਂ ਕਿਹਾ, ਫਿਰ ਕਿੱਥੇ ਰੱਖਾਂ? ਤਾਂ ਉਸਨੇ ਕਿਹਾ, ਲਿਆਓ, ਮੈਂ ਆਪਣੀ ਅਲਮਾਰੀ ਵਿੱਚ ਰੱਖ ਦਿੰਦੀ ਹਾਂ। ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਉਸਨੇ ਆਪਣੀ ਅਲਮਾਰੀ ਖੋਲ ਕੇ ਅੰਦਰ ਰੱਖ ਦਿੱਤੀ। ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਨੀਂਦ ਆ ਗਈ। ਸੱਚ ਕਹਾਂ ਤਾਂ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਕਦੋਂ ਸੌਂ ਗਿਆ ਸੀ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੀ ਪਤਨੀ ਮੇਰੇ ਸਾਹਮਣੇ ਬੈਠੀ ਸੀ ਅਤੇ ਉਹ ਮੁਸਕਰਾ ਕੇ ਮੈਨੂੰ ਦੇਖ ਰਹੀ ਸੀ ਅਤੇ ਮੈਨੂੰ ਜਲਦੀ ਉੱਠਣ ਲਈ ਕਹਿਣ ਲੱਗੀ, ਆਸ਼ੀਸ਼, ਬਹੁਤ ਦੇਰ ਹੋ ਰਹੀ ਹੈ ਅਤੇ ਅਸੀਂ ਫੈਕਟਰੀ ਵੀ ਜਾਣਾ ਹੈ। ਉੱਥੇ ਹਰ ਕੋਈ ਸਾਡੀ ਉਡੀਕ ਕਰ ਰਿਹਾ ਹੋਵੇਗਾ ਅਤੇ ਤੁਹਾਡੇ ਮਾਪੇ ਵੀ ਸੋਚਣਗੇ ਕਿ ਮੈਂ ਉਹਨਾਂ ਤੋਂ ਉਹਨਾਂ ਦਾ ਪੁੱਤਰ ਖੋਹ ਲਿਆ ਹੈ। ਇਸ ਲਈ ਜਲਦੀ ਉੱਠੋ, ਬਹੁਤ ਦੇਰ ਹੋ ਗਈ ਹੈ। ਇਹ ਕਹਿ ਕੇ ਉਸਨੇ ਗੱਦੇ ਦੇ ਚਾਰੇ ਕੋਨਿਆਂ ਨੂੰ ਚਾਦਰ ਨਾਲ ਚੰਗੀ ਤਰ੍ਹਾਂ ਦਬਾ ਦਿੱਤਾ। ਮੈਂ ਬਾਥਰੂਮ ਚਲਾ ਗਿਆ। ਮੈਨੂੰ ਆਪਣੀ ਪਤਨੀ ਬਬੀਤਾ ਦਾ ਵਿਵਹਾਰ ਬਹੁਤ ਅਜੀਬ ਲੱਗ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਤੋਂ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਜਦੋਂ ਮੈਂ ਬਾਥਰੂਮ ਤੋਂ ਵਾਪਸ ਆਇਆ ਤਾਂ ਉਹ ਬੈੱਡ ਤੇ ਬੈਠੀ ਸੀ। ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ, ਉਹ ਹੈਰਾਨ ਰਹਿ ਗਈ ਅਤੇ ਦੇਰ ਤੱਕ ਬੈਠੀ ਰਹੀ। ਇੰਜ ਲੱਗਦਾ ਸੀ ਜਿਵੇਂ ਉਸ ਦੀ ਕੋਈ ਚੋਰੀ ਫੜੀ ਜਾਣ ਤੋਂ ਡਰਦੀ ਹੋਵੇ ਅਤੇ ਕੁਝ ਲੁਕੋ ਰਹੀ ਹੋਵੇ। ਮੈਂ ਉਸ ਨੂੰ ਪੁੱਛਿਆ, ਬਬੀਤਾ, ਕੀ ਹੈ ਇਹਨਾਂ ਗੱਦਿਆਂ ਹੇਠਾਂ? ਬਬੀਤਾ ਕਹਿਣ ਲੱਗੀ, ਇਹਨਾਂ ਗੱਦਿਆਂ ਹੇਠਾਂ ਕੁਝ ਨਹੀਂ ਹੈ। ਮੈਂ ਤੇਰੇ ਤੋਂ ਕੀ ਛੁਪਾਵਾਂਗੀ? ਕੀ ਮੈਂ ਇਸ ਦੇ ਥੱਲੇ ਗਲਤ ਚੀਜ਼ ਰੱਖਾਂਗੀ ਜਾਂ ਮੇਰੇ ਕੋਲ ਕੋਈ ਖਜ਼ਾਨਾ ਹੈ ਜੋ ਮੈਂ ਗੱਦੇ ਦੇ ਹੇਠਾਂ ਦਬਾ ਕੇ ਰੱਖਾਂਗੀ? ਜਿਵੇਂ ਹੀ ਮੈਂ ਪਿੱਛੇ ਮੁੜਿਆ ਅਤੇ ਤਿਆਰ ਹੋਣ ਲੱਗਾ ਤਾਂ ਅਚਾਨਕ ਉਹ ਖੜੀ ਹੋ ਗਈ ਅਤੇ ਜਲਦੀ ਨਾਲ ਗੱਦੇ ਦੇ ਹੇਠੋਂ ਕੋਈ ਚੀਜ਼ ਕੱਢ ਕੇ ਅਲਮਾਰੀ ਦੇ ਅੰਦਰ ਰੱਖ ਦਿੱਤੀ ਅਤੇ ਅਲਮਾਰੀ ਨੂੰ ਤਾਲਾ ਲਾ ਦਿੱਤਾ। ਹੁਣ ਮੈਨੂੰ ਸ਼ੱਕ ਸੀ ਕਿ ਜੇਕਰ ਬਬੀਤਾ ਮੇਰੇ ਤੋਂ ਕੁਝ ਨਹੀਂ ਛੁਪਾ ਰਹੀ ਤਾਂ ਉਸਨੇ ਅਲਮਾਰੀ ਵਿੱਚ ਕੀ ਰੱਖਿਆ ਹੈ ਅਤੇ ਫਿਰ ਤਾਲਾ ਕਿਉਂ ਲਗਾਇਆ ਹੈ। ਇਹ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ। ਅਸੀਂ ਇਕੱਠੇ ਘਰੋਂ ਨਿਕਲ ਗਏ ਅਤੇ ਆਪਣੀ ਫੈਕਟਰੀ ਵਿੱਚ ਕੰਮ ਕਰਨ ਵਿੱਚ ਰੁੱਝ ਗਏ। ਦਿਨ ਕਿੰਜ ਬੀਤ ਗਿਆ ਪਤਾ ਹੀ ਨਾ ਲੱਗਾ। ਅਸੀਂ ਸਾਰਾ ਦਿਨ ਆਪਣੀ ਫੈਕਟਰੀ ਵਿੱਚ ਕੰਮ ਕੀਤਾ ਅਤੇ ਫਿਰ ਰਾਤ ਨੂੰ 8 ਵਜੇ ਅਸੀਂ ਆਪਣੇ ਮਾਤਾ ਪਿਤਾ ਕੋਲ ਚਲੇ ਗਏ। ਉਹ ਵੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੇਰੀ ਪਤਨੀ ਨੇ ਆਪਣੇ ਕਿਸੇ ਜਾਣਕਾਰ ਤੋਂ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲਿਆ ਸੀ, ਜਿਸ ਵਿੱਚ ਮੇਰੇ ਮਾਤਾ ਪਿਤਾ ਰਹਿ ਰਹੇ ਸਨ, ਕਿਉਂਕਿ ਉਹ ਸਾਡੇ ਨਾਲ ਉਸ ਘਰ ਵਿੱਚ ਨਹੀਂ ਰਹਿ ਸਕਦੇ ਸਨ ਜਿਸ ਘਰ ਵਿੱਚ ਅਸੀਂ ਰਹਿੰਦੇ ਸੀ। ਇਹ ਮੇਰੀ ਪਤਨੀ ਦਾ ਘਰ ਸੀ ਅਤੇ ਇਹ ਵੀ ਬਹੁਤ ਛੋਟਾ ਸੀ। ਉਸ ਵਿੱਚ ਸਿਰਫ ਇੱਕ ਕਮਰਾ ਅਤੇ ਇੱਕ ਛੋਟਾ ਜਿਹਾ ਵਿਹੜਾ ਸੀ। ਅਗਲੇ ਦਿਨ ਜਦੋਂ ਮੈਂ ਕਿਸੇ ਕੰਮ ਲਈ ਘਰੋਂ ਨਿਕਲਿਆ ਤਾਂ ਰਸਤੇ ਵਿੱਚ ਬਿਜਨੌਰ ਵਿੱਚ ਰਹਿੰਦੇ ਮੇਰੇ ਇੱਕ ਦੋਸਤ ਨਾਲ ਮੁਲਾਕਾਤ ਹੋਈ। ਉਹ ਕਿਸੇ ਕੰਮ ਲਈ ਬੰਗਾਲ ਆਇਆ ਸੀ। ਜਦੋਂ ਮੈਂ ਉਸ ਨੂੰ ਮਿਲਿਆ ਤਾਂ ਮੈਂ ਉਸ ਦਾ ਹਾਲ ਪੁੱਛਿਆ ਅਤੇ ਉਹ ਵੀ ਮੇਰੇ ਨਾਲ ਗੱਲਾਂ ਕਰਨ ਲੱਗਾ। ਉਸ ਨੂੰ ਮੇਰੇ ਵਿਆਹ ਬਾਰੇ ਪਤਾ ਸੀ। ਅਸੀਂ ਦੋਵੇਂ ਬੈਠ ਕੇ ਚਾਹ ਪੀ ਕੇ ਗੱਲਾਂ ਕਰਨ ਲੱਗੇ। ਉਸਨੇ ਮੈਨੂੰ ਅਜੀਬ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਉਸਨੇ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਦੀ ਰਾਤ ਬਾਰੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਸ ਨੂੰ ਸਖਤੀ ਨਾਲ ਮਨਾ ਕਰ ਦਿੱਤਾ ਕਿ ਮੈਂ ਅਜਿਹੀਆਂ ਗੱਲਾਂ ਹਾਸੀ ਮਜ਼ਾਕ ਨਾਲ ਨਹੀਂ ਕਰਨਾ ਚਾਹੁੰਦਾ। ਮੈਂ ਅਤੇ ਮੇਰੀ ਪਤਨੀ ਦੋ ਸਰੀਰ ਇੱਕ ਆਤਮਾ ਹਾਂ, ਇਸ ਲਈ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਉਸਨੇ ਕਿਹਾ, ਤੁਸੀਂ ਬਹੁਤ ਬਦਲ ਗਏ ਹੋ। ਉਹ ਬੰਗਾਲ ਦੀ ਕੁੜੀ ਹੈ, ਧਿਆਨ ਰੱਖੋ। ਮੈਂ ਉਸ ਦੀ ਗੱਲ ਸੁਣ ਕੇ ਸੁਚੇਤ ਹੋ ਗਿਆ। ਕੀ ਮਤਲਬ ਤੁਹਾਡਾ? ਮੈਂ ਕਿਸ ਚੀਜ਼ ਤੋਂ ਸੁਚੇਤ ਰਹਾ? ਉਸਨੇ ਕਿਹਾ, ਮੈਂ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਸਾਵਧਾਨ ਰਹਿਣ ਲਈ ਕਹਿ ਰਿਹਾ ਹਾਂ। ਉਸ ਦੀ ਗੱਲ ਸੁਣ ਕੇ ਮੈਂ ਆਪਣੇ ਦੋਸਤ ਨੂੰ ਗੱਦੇ ਵਾਲੀ ਗੱਲ ਦੱਸੀ, ਕਿਉਂਕਿ ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਸੀ, ਜਿਸ ਕਰਕੇ ਮੈਂ ਇਸ ਨੂੰ ਆਪਣੇ ਦੋਸਤ ਤੋਂ ਲੁਕਾਉਂਦਾ। ਮੇਰੀ ਗੱਲ ਸੁਣ ਕੇ ਮੇਰਾ ਦੋਸਤ ਇੱਕਦਮ ਉੱਠ ਕੇ ਬੋਲਿਆ, ਤੂੰ ਠੀਕ ਹੈ, ਤੇਰੀ ਪਤਨੀ ਗੱਦੇ ਦੇ ਹੇਠਾਂ ਕੁਝ ਰੱਖਦੀ ਹੋਵੇਗੀ ਅਤੇ ਫਿਰ ਉਹ ਗੱਦਾ ਹਟਾਉਣ ਤੋਂ ਵੀ ਇਨਕਾਰ ਕਰਦੀ ਹੋਵੇਗੀ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਹਾਂ, ਉਹ ਅਜਿਹਾ ਹੀ ਕਰਦੀ ਹੈ। ਤੁਸੀਂ ਠੀਕ ਕਹਿ ਰਹੇ ਹੋ। ਸ਼ਾਇਦ ਇਹ ਮੇਰਾ ਭਰਮ ਵੀ ਹੋ ਸਕਦਾ ਹੈ, ਪਰ ਮੈਨੂੰ ਅਜਿਹਾ ਹੀ ਲੱਗ ਰਿਹਾ ਹੈ। ਅੱਗੇ ਦਾ ਪਤਾ ਨਹੀਂ। ਤਾਂ ਮੇਰੇ ਦੋਸਤ ਨੇ ਕਿਹਾ, ਚਲੋ ਪਹਿਲਾਂ ਤੁਸੀਂ ਆਪਣੀ ਪਤਨੀ ਤੇ 2-3 ਦਿਨ ਨਜ਼ਰ ਰੱਖੋ ਅਤੇ ਸੱਚਾਈ ਦਾ ਪਤਾ ਲਗਾਓ ਕਿ ਉਹ ਰਾਤ ਨੂੰ ਇਹ ਕੰਮ ਕਰਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ। ਮੈਂ ਉਸ ਨੂੰ ਕਿਹਾ, ਚਲੋ ਠੀਕ ਹੈ, ਮੈਂ ਕਿਸੇ ਦਿਨ ਗੱਦੇ ਨੂੰ ਚੁੱਕ ਕੇ ਦੇਖਾਂਗਾ ਕਿ ਉਹ ਉਸ ਦੇ ਹੇਠਾਂ ਕੀ ਰੱਖਦੀ ਹੈ ਅਤੇ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਅਜੀਬ ਹਰਕਤਾਂ ਵੀ ਕਰਦੀ ਹੈ। ਮੈਂ ਆਪਣੇ ਦੋਸਤ ਨੂੰ ਦੱਸਿਆ। ਉਸ ਨੇ ਕਿਹਾ, ਚਲੋ ਠੀਕ ਹੈ, ਤੁਸੀਂ 2-3 ਦਿਨ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਤੁਸੀਂ ਕਿਸੇ
ਨਤੀਜੇ ਤੇ ਪਹੁੰਚ ਸਕਦੇ ਹੋ। ਜਦੋਂ ਰਾਤ ਹੋਈ ਤਾਂ ਮੈਨੂੰ ਬਬੀਤਾ ਦੇ ਵਿਵਹਾਰ ਵਿੱਚ ਜ਼ਿਆਦਾ ਦਿਲਚਸਪੀ ਸੀ ਕਿ ਉਹ ਗੱਦੇ ਦੇ ਹੇਠਾਂ ਕੀ ਰੱਖਦੀ ਹੈ। ਫਿਰ ਉਹੀ ਗੱਲ ਹੋਈ। ਜਦੋਂ ਰਾਤ ਹੋਈ ਤਾਂ ਬਬੀਤਾ ਦਾ ਵਿਹਾਰ ਅਜੀਬ ਜਿਹਾ ਹੋ ਗਿਆ। ਉਹ ਹੋਰ ਸਾਰੀਆਂ ਗੱਲਾਂ ਤਾਂ ਮੇਰੀਆਂ ਮੰਨਦੀ ਸੀ, ਉਸ ਨੂੰ ਕਿਸੇ ਗੱਲ ਤੇ ਕੋਈ ਇਤਰਾਜ਼ ਨਹੀਂ ਸੀ, ਪਰ ਗੱਦੇ ਦੇ ਨਾਲ ਉਹੀ ਰਾਜ ਰੱਖ ਰਹੀ ਸੀ। ਉਹ ਚਾਦਰ ਨਾਲ ਗੱਦੇ ਨੂੰ ਇਸ ਤਰ੍ਹਾਂ ਦਬਾ ਰਹੀ ਸੀ ਜਿਵੇਂ ਉਸ ਦੇ ਹੇਠਾਂ ਕੋਈ ਖਜ਼ਾਨਾ ਹੋਵੇ, ਅਤੇ ਉਹ ਆਪਣੇ ਸਾਈਡ ਵਾਲੇ ਗੱਦੇ ਨਾਲ ਹੀ ਅਜਿਹਾ ਕਰਦੀ ਸੀ। ਉਹ ਮੈਨੂੰ ਕਹਿਣ ਲੱਗੀ, ਆਸ਼ੀਸ਼ ਤੁਸੀਂ ਇੱਧਰ ਆਓ, ਕੀ ਕਰ ਰਹੇ ਹੋ? ਉਸਨੇ ਮੈਨੂੰ ਆਪਣੀ ਥਾਂ ਤੋਂ ਪਿੱਛੇ ਧੱਕ ਦਿੱਤਾ ਅਤੇ ਕਹਿਣ ਲੱਗੀ, ਮੈਂ ਦੇਖ ਰਹੀ ਹਾਂ ਕਿ ਤੁਸੀਂ ਮੇਰੀ ਜਗ੍ਹਾ ਤੇ ਲੇਟਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਬਹਾਨੇ ਨਾਲ ਗੱਦੇ ਦੇ ਹੇਠਾਂ ਦੇਖਣਾ ਚਾਹੁੰਦੇ ਹੋ। ਕਿਰਪਾ ਕਰਕੇ ਅਜਿਹਾ ਨਾ ਕਰੋ। ਮੈਂ ਤੁਹਾਡੀ ਪਤਨੀ ਹਾਂ ਅਤੇ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਸਫਾਈ ਦੀ ਚਿੰਤਾ ਰਹਿੰਦੀ ਹੈ। ਮੇਰੇ ਪਾਸੇ ਦਾ ਬਿਸਤਰਾ ਬਿਲਕੁਲ ਠੀਕ ਹੈ। ਉਹ ਫਿਰ ਮੇਰੇ ਵੱਲ ਆਈ ਅਤੇ ਮੇਰੇ ਕੋਲ ਲੇਟ ਗਈ ਅਤੇ ਆਪਣਾ ਸਿਰ ਮੇਰੀ ਬਾਂਹ ਤੇ ਰੱਖ ਲਿਆ। ਮੈਂ ਬੇਵੱਸ ਸੀ। ਸ਼ੁਰੂ ਵਿੱਚ ਹਰ ਕੋਈ ਆਰਾਮਦਾਇਕ ਨਹੀਂ ਹੁੰਦਾ ਕਿ ਇੱਕ ਦੂਜੇ ਨਾਲ ਹਰ ਗੱਲ ਕਰ ਲਵੇ। ਮੈਂ ਵੀ ਚੁੱਪ ਹੋ ਗਿਆ ਅਤੇ ਉਸੇ ਤਰ੍ਹਾਂ ਉਹ ਵੀ ਮੇਰੀ ਬਾਂਹ ਤੇ ਸਿਰ ਰੱਖ ਕੇ ਸੌਂ ਗਈ ਅਤੇ ਮੈਂ ਵੀ ਸੌਂ ਗਿਆ। ਜਦੋਂ ਮੈਂ ਜਾਗਿਆ ਤਾਂ ਮੈਨੂੰ ਯਾਦ ਨਹੀਂ ਸੀ ਕਿ ਰਾਤ ਨੂੰ ਕੀ ਹੋਇਆ ਸੀ, ਕਿ ਕਿਵੇਂ ਮੇਰੀ ਪਤਨੀ ਨੂੰ ਗੱਦੇ ਦੇ ਹੇਠਾਂ ਤੋਂ ਚੀਜ਼ਾਂ ਕੱਢ ਕੇ ਅਲਮਾਰੀ ਵਿੱਚ ਰੱਖੀਆਂ ਅਤੇ ਅਲਮਾਰੀ ਨੂੰ ਤਾਲਾ ਲਗਾ ਦਿੱਤਾ। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ ਉਹ ਯਕੀਨੀ ਤੌਰ ਤੇ ਗੱਦੇ ਦੇ ਹੇਠਾਂ ਕੁਝ ਰੱਖਦੀ ਹੈ ਅਤੇ ਫਿਰ ਮੇਰੇ ਤੋਂ ਲੁਕਾਉਂਦੀ ਹੈ। ਅਗਲੇ ਦਿਨ ਮੈਂ ਆਪਣੇ ਦੋਸਤ ਨੂੰ ਫੈਕਟਰੀ ਦੇ ਬਾਹਰ ਬੁਲਾਇਆ ਅਤੇ ਮੈਂ ਇਹ ਗੱਲ ਆਪਣੇ ਦੋਸਤ ਕਰਨ ਨੂੰ ਦੱਸੀ ਅਤੇ ਉਸਨੇ ਕਿਹਾ ਕਿ ਜ਼ਰੂਰ ਤੁਹਾਡੀ ਪਤਨੀ ਦਾ ਕੋਈ ਨਾ ਕੋਈ ਇਰਾਦਾ ਹੋਵੇਗਾ। ਹੁਣ ਤੁਹਾਨੂੰ ਇਸ ਗੱਲ ਦੀ ਸੱਚਾਈ ਦਾ ਪਤਾ ਲਗਾਉਣਾ ਹੋਵੇਗਾ ਕਿ ਉਹ ਗੱਦੇ ਦੇ ਹੇਠਾਂ ਕੀ ਰੱਖਦੀ ਹੈ ਅਤੇ ਕਿਉਂ ਰੱਖਦੀ ਹੈ, ਅਤੇ ਤੁਹਾਨੂੰ ਇਸ ਦਾ ਕਾਰਨ ਵੀ ਪਤਾ ਕਰਨਾ ਚਾਹੀਦਾ ਹੈ। ਦੇਖੋ, ਪਹਿਲਾਂ ਮੈਨੂੰ ਸ਼ੱਕ ਸੀ ਕਿ ਜਿਸ ਕੁੜੀ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ, ਉਹ ਤੁਹਾਡੇ ਨਾਲ ਵਿਆਹ ਕਿਉਂ ਕਰਾ ਰਹੀ ਹੈ, ਅਤੇ ਫਿਰ ਅਜੀ ਜਵਾਨ ਕੁੜੀ ਕਿਸੇ ਹੋਰ ਮੁੰਡੇ ਨਾਲ ਵੀ ਵਿਆਹ ਕਰਾ ਸਕਦੀ ਸੀ। ਜਰਾ ਇਸ ਬਾਰੇ ਸੋਚੋ। ਤੁਹਾਡੇ ਵਿੱਚ ਅਜਿਹਾ ਕੀ ਖਾਸ ਸੀ ਕਿ ਉਸਨੇ ਤੁਹਾਡੇ ਨਾਲ ਵਿਆਹ ਕਰ ਲਿਆ? ਕਿ ਉਹ ਕੁਝ ਹੋਰ ਕਰਨ ਜਾ ਰਹੀ ਹੈ? ਕਰਨ ਦੀਆਂ ਗੱਲਾਂ ਮੈਨੂੰ ਡਰਾ ਰਹੀਆਂ ਸਨ। ਮੈਂ ਉਸ ਨੂੰ ਕਿਹਾ, ਤੁਹਾਡਾ ਕੀ ਮਤਲਬ ਹੈ ਕਿ ਉਹ ਮੇਰੇ ਨਾਲ ਕੀ ਕਰੇ? ਤੁਸੀਂ ਇਹ ਕਿਉਂ ਕਹਿ ਰਹੇ ਹੋ? ਮੇਰੀ ਗੱਲ ਸੁਣ ਕੇ ਕਰਨ ਨੇ ਸੋਚ ਸਮਝ ਕੇ ਕਹਿਣਾ ਸ਼ੁਰੂ ਕਰ ਦਿੱਤਾ, ਆਸ਼ੀਸ਼ ਦੇਖ, ਮੈਂ ਤੈਨੂੰ ਬੇਵਜ੍ਹਾ ਸ਼ੱਕ ਵਿੱਚ ਨਹੀਂ ਪਾਉਣਾ ਚਾਹੁੰਦਾ, ਪਰ ਇੱਕ ਗੱਲ ਸੱਚ ਹੈ ਜੋ ਮੈਨੂੰ ਨਜ਼ਰ ਆ ਰਹੀ ਹੈ। ਤੁਹਾਨੂੰ ਖੁਦ ਇਹ ਅਜੀਬ ਲੱਗਦਾ ਹੈ ਕਿ ਉਹ ਸੌਣ ਤੋਂ ਪਹਿਲਾਂ ਤੁਹਾਡੇ ਗੱਦੇ ਦੇ ਹੇਠਾਂ ਕੁਝ ਰੱਖਦੀ ਹੈ ਅਤੇ ਫਿਰ ਸਵੇਰੇ ਉਸ ਨੂੰ ਬਾਹਰ ਕੱਢ ਦਿੰਦੀ ਹੈ। ਹੁਣ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਲੱਭਦੇ ਹੋ, ਕਿਉਂਕਿ ਜੇਕਰ ਦੁਬਾਰਾ ਕੁਝ ਹੁੰਦਾ ਹੈ ਤਾਂ ਫਿਰ ਤੁਹਾਡਾ ਕੌਣ ਜ਼ਿੰਮੇਵਾਰ ਹੋਵੇਗਾ? ਹੁਣ ਤਾਂ ਤੁਸੀਂ ਆਪਣੇ ਮਾਂ-ਬਾਪ ਨੂੰ ਵੀ ਇੱਥੇ ਬੁਲਾ ਲਿਆ ਹੈ। ਸੋਚੋ ਕਿ 1 ਮਹੀਨਾ ਪਹਿਲਾਂ ਇਹ ਕੁੜੀ ਤੁਹਾਡੇ ਲਈ ਪੂਰੀ ਤਰ੍ਹਾਂ ਅਜਨਬੀ ਸੀ ਅਤੇ ਅੱਜ ਤੁਸੀਂ ਇਸ ਕੁੜੀ ਨਾਲ ਇੱਕੋ ਕਮਰੇ ਵਿੱਚ ਰਹਿ ਰਹੇ ਹੋ, ਉਸ ਨਾਲ ਖਾਂਦੇ ਪੀਂਦੇ ਅਤੇ ਘੁੰਮ ਰਹੇ ਹੋ। ਤੁਸੀਂ ਆਪਣੇ ਹੋਸ਼ ਗਵਾ ਰਹੇ ਹੋ। ਕੌਣ ਜਾਣਦਾ ਹੈ ਕਿ ਇਹ ਕੁੜੀ ਕੌਣ ਹੈ ਅਤੇ ਕੀ ਹੈ, ਕਿ ਉਹ ਤੁਹਾਡੇ ਨਾਲ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਹੋਸ਼ ਵਿੱਚ ਆ ਜਾਓ। ਤੁਹਾਨੂੰ ਇੰਨਾ ਜ਼ਿਆਦਾ ਭਰੋਸਾ ਇੱਕਦਮ ਨਹੀਂ ਕਰਨਾ ਚਾਹੀਦਾ ਅਤੇ ਤੁਹਾਡੇ ਸਿਰ ਤੇ ਤੁਹਾਡੇ ਮਾਤਾ-ਪਿਤਾ ਦੀ ਵੀ ਜ਼ਿੰਮੇਵਾਰੀ ਹੈ। ਤੁਸੀਂ ਇਕੱਲੇ ਨਹੀਂ ਹੋ। ਕਰਨ ਨੇ ਮੈਨੂੰ ਕਾਫੀ ਸ਼ੱਕ ਵਿੱਚ ਪਾ ਦਿੱਤਾ ਸੀ। ਅੱਜ ਮੈਂ ਸੋਚਿਆ ਕਿ ਪਤੀ ਹੋਣ ਦੇ ਨਾਤੇ ਮੈਂ ਆਪਣੇ ਇਸ ਰਿਸ਼ਤੇ ਦੀ ਵਰਤੋਂ ਕਰਾਂਗਾ ਅਤੇ ਜ਼ਬਰਦਸਤੀ ਘਰ ਜਾ ਕੇ ਗੱਦਾ ਚੁੱਕ ਕੇ ਦੇਖਾਂਗਾ ਕਿ ਉਹ ਉਸ ਦੇ ਹੇਠਾਂ ਕੀ ਰੱਖਦੀ ਹੈ, ਕਿਉਂਕਿ ਇਹ ਸੰਭਵ ਨਹੀਂ ਹੈ ਕਿ ਉਹ ਹਰ ਰੋਜ਼ ਮੈਨੂੰ ਹਰ ਗੱਲ ਤੋਂ ਇਨਕਾਰ ਕਰ ਦੇਵੇ ਅਤੇ ਮੈਂ ਰੁਕਦਾ ਹੀ ਰਹਾਂ। ਪਤੀ ਪਤਨੀ ਵਿਚਕਾਰ ਕੋਈ ਭੇਦ ਨਹੀਂ ਹੋਣਾ ਚਾਹੀਦਾ। ਅੱਜ ਮੈਂ ਆਪਣੇ ਮਨ ਵਿੱਚ ਇਰਾਦਾ ਕਰ ਲਿਆ ਸੀ ਕਿ ਘਰ ਜਾ ਕੇ ਗੱਦਾ ਜ਼ਰੂਰ ਚੱਕ ਕੇ ਦੇਖਾਂਗਾ। ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ। ਮੈਂ ਦੇਖਿਆ ਕਿ ਮੇਰੀ ਪਤਨੀ ਮੇਰੇ ਪਿੱਛੇ ਖੜੀ ਸੀ, ਸਭ ਕੁਝ ਸੁਣ ਰਹੀ ਸੀ। ਮੈਂ ਉਸ ਵੱਲ ਦੇਖ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ। ਉਹ ਮੇਰੇ ਬਾਰੇ ਕੀ ਸੋਚ ਰਹੀ ਹੋਵੇਗੀ? ਮੈਂ ਦਿਲ ਵਿੱਚ ਪਛਤਾ ਰਿਹਾ ਸੀ। ਮੇਰੀ ਪਤਨੀ ਨੂੰ ਮੇਰੀ ਸਾਰੀ ਯੋਜਨਾ ਦਾ ਪਤਾ ਲੱਗ ਗਿਆ ਸੀ। ਹੁਣ ਮੈਂ ਆਪਣੀ ਪਤਨੀ ਨੂੰ ਇਹ ਵੀ ਨਹੀਂ ਕਹਿ ਸਕਦਾ ਸੀ ਕਿ ਤੁਸੀਂ ਗੱਦੇ ਦੇ ਹੇਠਾਂ ਕੀ ਰੱਖਦੇ ਹੋ। ਜੇ ਅਜਿਹਾ ਕਰਦਾ ਤਾਂ ਬਹੁਤ ਹੀ ਘਟੀਆ ਵਿਅਕਤੀ ਲੱਗਦਾ। ਜਿਵੇਂ ਉਸਦੇ ਚਿਹਰੇ ਤੇ ਹਾਵ ਭਾਵ ਸੀ, ਉਹਨਾਂ ਤੋਂ ਇੰਜ ਲੱਗਦਾ ਸੀ ਜਿਵੇਂ ਮੇਰੀ ਪਤਨੀ ਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਹੋਵੇ ਅਤੇ ਉਸ ਨੂੰ ਮੇਰੇ ਤੇ ਤਰਸ ਆ ਰਿਹਾ ਹੈ, ਕਿਉਂਕਿ ਮੈਂ ਇੱਕ ਅਜਿਹਾ ਲਾਪਰਵਾਹ ਵਿਅਕਤੀ ਸੀ ਜੋ ਆਪਣੇ ਦੋਸਤ ਰਾਹੀਂ ਆਪਣੀ ਹੀ ਪਤਨੀ ਦੀ ਬੁਰਾਈ ਕਰ ਰਿਹਾ ਸੀ। ਮੇਰੇ ਦੋਸਤ ਨੇ ਵੀ ਅੰਦਾਜ਼ਾ ਲਗਾਇਆ ਸੀ ਕਿ ਮੈਂ ਆਪਣੀ ਪਤਨੀ ਦੇ ਸਾਹਮਣੇ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ
ਤੁਸੀਂ ਵੀ ਪਾਗਲ ਹੋ ਜੇਕਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਮੈਨੂੰ ਇਹ ਗੱਲ ਦੱਸੀ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਬਜਾਏ ਉਸ ਤੇ ਭਰੋਸਾ ਕਰਨਾ ਚਾਹੀਦਾ ਹੈ। ਤੁਸੀਂ ਇੱਕ ਕੰਮ ਕਰੋ, ਘਰ ਪਹੁੰਚਦੇ ਸਾਰ ਹੀ ਗੱਦਾ ਲਾ ਕੇ ਉਸ ਵੱਲ ਦੇਖ ਕੇ ਕਹਿਣਾ, ਮੈਂ ਤਾਂ ਬਸ ਇਹ ਜਾਣਨਾ ਚਾਹੁੰਦਾ ਸੀ ਕਿ ਗੱਦੇ ਦੇ ਹੇਠਾਂ ਕੀ ਹੈ। ਹੁਣ ਜੇਕਰ ਤੁਸੀਂ ਇਸ ਗੱਲ ਤੇ ਡਰਨ ਲੱਗ ਪਏ ਹੈ ਤਾਂ ਤੁਹਾਡੇ ਲਈ ਇਹ ਮੁਸ਼ਕਲ ਹੋ ਜਾਵੇਗਾ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਔਰਤ ਦੇ ਸਾਹਮਣੇ ਡਰਦੇ ਰਹੋਗੇ ਉਹ ਓਨਾ ਹੀ ਤੁਹਾਨੂੰ ਦਬਾਉਂਦੀ ਰਹੇਗੀ। ਮੇਰੇ ਦੋਸਤ ਦੀ ਗੱਲ ਵੀ ਠੀਕ ਸੀ। ਮੈਂ ਇਸ ਗੱਲ ਤੇ ਦਬਿਆ ਹੋਇਆ ਸੀ ਕਿ ਉਹ ਬੰਗਾਲੀ ਹੈ ਅਤੇ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ ਹੈ ਅਤੇ ਮੇਰੇ ਮਾਤਾ-ਪਿਤਾ ਨੂੰ ਵੀ ਇੱਥੇ ਬੁਲਾ ਲਿਆ। ਜੇ ਮੈਂ ਮੇਲ ਖਾਂਦਾ ਤਾਂ ਉਸਨੇ ਮੇਰੇ ਤੇ ਕੋਈ ਉਪਕਾਰ ਨਹੀਂ ਕੀਤਾ ਸੀ। ਹਾਲਾਂਕਿ ਉਹ ਬੰਗਾਲ ਤੋਂ ਸੀ ਅਤੇ ਇੱਕ ਅਮੀਰ ਪਰਿਵਾਰ ਤੋਂ ਸੀ। ਉਸਨੇ ਆਪਣੀ ਮਰਜ਼ੀ ਅਨੁਸਾਰ ਮੇਰੇ ਨਾਲ ਵਿਆਹ ਕੀਤਾ। ਅਜਿਹਾ ਨਹੀਂ ਹੈ ਕਿ ਮੈਂ ਉਸਨੂੰ ਮੈਨੂੰ ਪਸੰਦ ਕਰਨ ਲਈ ਮਜਬੂਰ ਕੀਤਾ ਸੀ ਜਾਂ ਇਹ ਵਿਆਹ ਜ਼ਬਰਦਸਤੀ ਕੀਤਾ ਗਿਆ ਹੋ। ਮੈਂ ਜ਼ਬਰਦਸਤੀ ਕਰਕੇ ਵੀ ਕਿੱਥੇ ਜਾ ਸਕਦਾ ਸੀ, ਕਿਉਂਕਿ ਮੇਰੀ ਇੰਨੀ ਔਕਾਤ ਨਹੀਂ ਸੀ। ਪਰ ਜੇ ਉਸਨੇ ਮੈਨੂੰ ਆਪਣਾ ਪਤੀ ਮੰਨ ਲਿਆ ਹੁੰਦਾ ਤਾਂ ਉਸ ਨੂੰ ਮੇਰੇ ਤੋਂ ਕੁਝ ਨਹੀਂ ਛੁਪਾਉਣਾ ਚਾਹੀਦਾ ਸੀ। ਜਦੋਂ ਮੇਰੇ ਦੋਸਤ ਨੇ ਮੈਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਤਾਂ ਮੈਂ ਰਾਹਤ ਮਹਿਸੂਸ ਕੀਤੀ। ਮੈਂ ਫੈਸਲਾ ਕੀਤਾ ਕਿ ਹੁਣ ਮੈਂ ਉਸ ਨਾਲ ਸਪਸ਼ਟ ਗੱਲ ਕਰਾਂਗਾ। ਮੇਰਾ ਦੋਸਤ ਉੱਥੋਂ ਚਲਾ ਗਿਆ ਅਤੇ ਮੈਂ ਫੈਕਟਰੀ ਅੰਦਰ ਚਲਾ ਗਿਆ। ਜਦੋਂ ਅਸੀਂ ਦੋਵੇਂ ਪਤੀ ਪਤਨੀ ਸ਼ਾਮ ਨੂੰ ਘਰ ਆਏ ਤਾਂ ਮੇਰਾ ਅੰਦਾਜ਼ ਕੁਝ ਬਦਲੇ ਹੋਏ ਸਨ। ਜਦੋਂ ਮੇਰੀ ਪਤਨੀ ਨੇ ਮੈਨੂੰ ਦੱਸਿਆ ਤਾਂ ਉਸਨੇ ਕੁਝ ਨਹੀਂ ਕਿਹਾ। ਕੁਝ ਦੇਰ ਬਾਅਦ ਉਸਨੇ ਪੁੱਛਿਆ, ਕੀ ਹੋਇਆ? ਤੁਸੀਂ ਥੋੜਾ ਚਿੰਤਤ ਜਾਪਦੇ ਹੋ। ਮੈਂ ਘਬਰਾ ਗਿਆ। ਮੈਂ ਕਿਹਾ, ਮੈਂ ਪਰੇਸ਼ਾਨ ਤਾਂ ਨਹੀਂ ਹਾਂ, ਪਰ ਮੈਂ ਹੈਰਾਨ ਜ਼ਰੂਰ ਹਾਂ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਗੱਦੇ ਦੇ ਹੇਠਾਂ ਕੀ ਰੱਖਦੇ ਹੋ। ਤਾਂ ਉਸਨੇ ਕਿਹਾ ਕਿ ਮੈਂ ਸਭ ਕੁਝ ਸੁਣ ਲਿਆ ਹੈ। ਤੁਸੀਂ ਆਪਣੇ ਦੋਸਤ ਨੂੰ ਜੋ ਵੀ ਕਿਹਾ। ਪਤਨੀ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਣ ਦੀ ਬਜਾਏ ਮੈਂ ਆਪਣੀ ਗੱਲ ਤੇ ਅੜਿਆ ਰਿਹਾ। ਮੈਂ ਕਿਹਾ, ਜੀ ਤੁਸੀਂ ਠੀਕ ਸੁਣਿਆ। ਇਸ ਵਿੱਚ ਬੁਰਾ ਕੀ ਹੈ? ਤੁਸੀਂ ਮੈਨੂੰ ਆਪ ਹੀ ਦੱਸੋ ਕਿ ਤੁਸੀਂ ਗੱਦੇ ਹੇਠ ਕੀ ਰੱਖਦੇ ਹੋ। ਕੀ ਇਸ ਕਮਰੇ ਵਿੱਚ ਜੋ ਵੀ ਹੈ ਉਸ ਉੱਤੇ ਮੇਰਾ ਹੱਕ ਨਹੀਂ ਹੈ? ਮੇਰੀ ਪਤਨੀ ਹੱਸਣ ਲੱਗੀ ਅਤੇ ਕਹਿਣ ਲੱਗੀ, ਇਹ ਤੈਨੂੰ ਕਿਸ ਨੇ ਕਿਹਾ ਕਿ ਗੱਦੇ ਦੇ ਹੇਠਾਂ ਨਾ ਦੇਖੋ? ਮੈਂ ਇਸ ਨੂੰ ਤੁਹਾਡੇ ਤੋਂ ਬਿਨਾਂ ਵਜ੍ਹਾ ਲੁਕਾ ਰਹੀ ਸੀ, ਕਿਉਂਕਿ ਮੈਨੂੰ ਇਸ ਤਰ੍ਹਾਂ ਦੀ ਗੱਲ ਕਰਨਾ ਪਸੰਦ ਨਹੀਂ ਹੈ। ਆਓ ਤੁਸੀਂ ਖੁਦ ਦੇਖ ਲਓ ਕਿ ਗੱਦੇ ਦੇ ਹੇਠਾਂ ਕੀ ਹੈ। ਮੇਰੀ ਪਤਨੀ ਨੇ ਤੁਰੰਤ ਚਾਦਰ ਉਤਾਰ ਦਿੱਤੀ ਅਤੇ ਫਿਰ ਗੱਦਾ ਵੀ ਹਟਾ ਕੇ ਜ਼ਮੀਨ ਤੇ ਰੱਖ ਦਿੱਤਾ। ਬੈੱਡ ਬਿਲਕੁਲ ਖਾਲੀ ਪਿਆ ਸੀ। ਅਸਲ ਵਿੱਚ ਇਸ ਦੇ ਹੇਠਾਂ ਕੁਝ ਵੀ ਨਹੀਂ ਸੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜੇਕਰ ਤੁਸੀਂ ਰਾਤ ਨੂੰ ਕੁਝ ਜ਼ਰੂਰ ਰੱਖਦੇ ਹੋ ਤਾਂ ਝੂਠ ਨਾ ਬੋਲੋ। ਉਸਨੇ ਕਿਹਾ, ਆਸ਼ੀਸ਼ ਦੇਖੋ, ਮੈਨੂੰ ਝੂਠ ਬੋਲਣ ਦੀ ਆਦਤ ਵੀ ਨਹੀਂ ਹੈ। ਜੇ ਮੈਂ ਗੱਦੇ ਦੇ ਹੇਠਾਂ ਕੁਝ ਰੱਖਦੀ ਹਾਂ ਤਾਂ ਮੈਂ ਤੁਹਾਨੂੰ ਕਿਉਂ ਨਹੀਂ ਦੱਸਾਂਗੀ। ਖੈਰ, ਜੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਅਗਲੀ ਵਾਰ ਜਦੋਂ ਮੈਂ ਕੁਝ ਰੱਖਾਂਗੀ ਤਾਂ ਤੁਸੀਂ ਖੁਦ ਦੇਖ ਲੈਣਾ ਅਤੇ ਉਸੇ ਸਮੇਂ ਮੈਨੂੰ ਪੁੱਛਣਾ ਕਿ ਮੈਂ ਕੀ ਰੱਖਦੀ ਹਾਂ ਅਤੇ ਕਿਉਂ। ਮੈਂ ਕਿਹਾ, ਠੀਕ ਹੈ, ਇਹ ਵੀ ਚੰਗਾ ਹੈ। ਮੈਨੂੰ ਉਮੀਦ ਸੀ ਕਿ ਹੁਣ ਤੁਸੀਂ ਮੇਰੇ ਤੋਂ ਕੁਝ ਨਹੀਂ ਛੁਪਾਓਗੇ। ਪਰ ਉਸ ਦਿਨ ਅਤੇ ਉਸ ਦਿਨਾਂ ਤੋਂ ਕੁਝ ਦਿਨ ਬਾਅਦ ਸਾਡੇ ਵਿਆਹ ਨੂੰ 1 ਮਹੀਨਾ ਬੀਤ ਗਿਆ ਸੀ। ਪਰ ਮੈਂ ਕਮਰੇ ਵਿੱਚ ਦਾਖਲ ਹੁੰਦੇ ਹੀ ਸੌਂ ਜਾਂਦਾ ਸੀ। ਮੈਂ ਇੰਨੀ ਜਲਦੀ ਸੌਂਦਾ ਸੀ ਕਿ ਜਦੋਂ ਮੇਰੀ ਅੱਖ ਖੁੱਲਦੀ ਸੀ ਤਾਂ ਸਵੇਰ ਹੋ ਜਾਂਦੀ ਸੀ ਅਤੇ ਮੈਂ ਸੋਚਦਾ ਰਿਹਾ ਕਿ ਮੈਂ ਰਾਤ ਕਦੋਂ ਅਤੇ ਕਿਵੇਂ ਕੱਟੀ। ਮੈਨੂੰ ਇਹ ਵੀ ਨਹੀਂ ਯਾਦ ਕਿ ਮੈਂ ਕਿਵੇਂ ਸੌਂ ਗਿਆ। ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਰਾਤ ਦਾ ਖਾਣਾ ਕਦੋਂ ਖਾਧਾ ਅਤੇ ਘਰ ਆ ਕੇ ਕੀ ਖਾਧਾ। ਹੁਣ ਮੈਨੂੰ ਮੁਸ਼ਕਲਾਂ ਆਉਣ ਲੱਗੀਆਂ। ਮੈਂ ਆਪਣੇ ਨਾਲ ਅਜਿਹਾ ਵਿਵਹਾਰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਇਹ ਪਤਾ ਲਗਾਉਣਾ ਹੀ ਸੀ ਕਿ ਮੈਂ ਕਮਰੇ ਵਿੱਚ ਦਾਖਲ ਹੁੰਦੇ ਹੀ ਕਿਉਂ ਸੌਂ ਜਾਂਦਾ ਹਾਂ। ਮੈਂ ਸੋਚਿਆ ਕਿ ਸ਼ਾਇਦ ਮੇਰੀ ਪਤਨੀ ਮੈਨੂੰ ਚਾਹ ਵਿੱਚ ਕੁਝ ਮਿਲਾ ਕੇ ਦੇ ਰਹੀ ਹੈ ਜਾਂ ਮੇਰੇ ਨਾਲ ਅਜਿਹਾ ਕੁਝ ਕਰ ਰਹੀ ਹੈ ਜਿਸ ਨਾਲ ਮੈਨੂੰ ਨੀਂਦ ਆਉਂਦੀ ਹੈ ਅਤੇ ਮੈਂ ਡੂੰਘੀ ਨੀਂਦ ਵਿੱਚ ਚਲਾ ਜਾਂਦਾ ਹਾਂ। ਮੈਂ ਇਹ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਆਖਰ ਮੇਰੇ ਨਾਲ ਕੀ ਹੁੰਦਾ ਹੈ, ਪਰ ਮੈਂ ਇਸ ਕੋਸ਼ਿਸ਼ ਵਿੱਚ ਅਸਫਲ ਰਿਹਾ। ਮੈਂ ਸਾਰਾ ਦਿਨ ਸੁਚੇਤ ਰਹਿੰਦਾ ਸੀ ਕਿ ਮੇਰੀ ਪਤਨੀ ਦੇ ਹੱਥੋਂ ਕੁਝ ਨਾ ਖਾਵਾਂ ਪੀਵਾਂ। ਪਰ ਇੱਕ ਦਿਨ ਅਜਿਹਾ ਹੋਇਆ ਕਿ ਮੈਂ ਬਾਜ਼ਾਰ ਤੋਂ ਖਾਣਾ ਲੈ ਕੇ ਆਇਆ ਸੀ ਅਤੇ ਅਸੀਂ ਦੋਹਾਂ ਨੇ ਖਾਣਾ ਖਾਧਾ। ਜਦੋਂ ਮੈਂ ਕਮਰੇ ਅੰਦਰ ਵੜਿਆ ਤਾਂ ਮੈਨੂੰ ਨੀਂਦ ਆਉਣ ਲੱਗੀ। ਪਰ ਇਸ ਸਭ ਵਿੱਚ ਚੰਗੀ ਗੱਲ ਇਹ ਸੀ ਕਿ ਉਸ ਦਿਨ ਸਵੇਰੇ 6 ਵਜੇ ਹੀ ਮੇਰੀ ਅੱਖ ਖੁੱਲ ਗਈ ਸੀ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਫਿਰ ਮੈਂ ਰਾਤ ਦੀ ਕੋਈ ਗੱਲ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੈਂ ਆਪਣੇ ਕੰਮ ਤੇ ਜਿੰਨਾ ਹੋ ਸਕੇ ਧਿਆਨ ਦਿੰਦਾ ਸੀ ਅਤੇ ਮੇਰੀ ਪਤਨੀ ਵੀ ਅਜਿਹੀ ਸੀ। ਉਹ ਵੀ ਮੇਰੇ ਨਾਲ ਫੈਕਟਰੀ ਜਾਂਦੀ ਸੀ ਅਤੇ ਦਿਨ ਭਰ ਆਪਣੇ ਕੰਮ ਵਿੱਚ ਰੁੱਝੀ ਰਹਿੰਦੀ ਸੀ ਅਤੇ ਰਾਤ ਨੂੰ ਘਰ ਆਉਂਦਿਆਂ ਹੀ ਉਹ ਸਾਡੇ ਦੋਵਾਂ ਲਈ ਖਾਣਾ
ਬਹਾਨਾ ਬਣਾ ਲੈਂਦੀ ਸੀ। ਮੈਂ ਵੀ ਕਦੇ-ਕਦੇ ਉਸ ਦੇ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰ ਦਿੰਦਾ ਸੀ। ਆਖਿਰ ਮੈਂ ਆਪਣੀ ਪਤਨੀ ਨੂੰ ਪੁੱਛਣ ਲਈ ਮਜਬੂਰ ਹੋ ਗਿਆ। ਮੈਂ ਆਪਣੀ ਪਤਨੀ ਨੂੰ ਬੜੇ ਪਿਆਰ ਨਾਲ ਅਤੇ ਮੁਹੱਬਤ ਨਾਲ ਪੁੱਛਿਆ ਕਿ ਮੇਰੀ ਜਾਨ, ਮੈਨੂੰ ਦੱਸੋ ਕਿ ਤੁਸੀਂ ਅਜਿਹਾ ਕੀ ਜਾਦੂ ਕਰਦੇ ਕਿ ਕਮਰੇ ਵਿੱਚ ਦਾਖਲ ਹੁੰਦੇ ਹੀ ਮੈਨੂੰ ਨੀਂਦ ਆ ਜਾਂਦੀ ਹੈ ਅਤੇ ਮੈਂ ਗੱਦੇ ਵਾਲੀ ਗੱਲ ਨੂੰ ਭੁੱਲ ਗਿਆ ਹਾਂ। ਤੁਸੀਂ ਗੱਦੇ ਦੇ ਹੇਠਾਂ ਕੀ ਰੱਖਦੇ ਹੋ? ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਦੇਖ, ਜੇ ਤੈਨੂੰ ਲੱਗਦਾ ਹੈ ਕਿ ਮੈਂ ਤੇਰੇ ਤੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਇਹ ਗੱਲ ਗਲਤ ਹੈ। ਮੈਂ ਜਾਦੂ ਟੂਣੇ ਤੋਂ ਦੂਰ ਭੱਜਦੀ ਹਾਂ। ਅਸਲ ਵਿੱਚ ਮੈਂ ਤਾਂ ਉਹਨਾਂ ਲੋਕਾਂ ਤੋਂ ਨਫ਼ਰਤ ਕਰਦੀ ਹਾਂ ਜੋ ਜਾਦੂ ਵਰਗੀਆਂ ਚੀਜ਼ਾਂ ਵਿੱਚ ਵਿਸ਼ਵਾਸ ਕਰਦੇ ਹਨ। ਹਾਂ, ਪਰ ਮੈਂ ਯਕੀਨੀ ਤੌਰ ਤੇ ਤੁਹਾਡੇ ਤੇ ਜਾਦੂ ਕੀਤਾ ਹੈ। ਪਰ ਮੈਂ ਘਬਰਾ ਕੇ ਆਪਣੀ ਪਤਨੀ ਨੂੰ ਪੁੱਛਿਆ ਕਿ ਕੀ? ਕਿਉਂਕਿ ਮੈਨੂੰ ਤਾਂ ਕੁਝ ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਕਿਸੇ ਜਾਦੂ ਟੂਣੇ ਦੇ ਅਸਰ ਵਿੱਚ ਆ ਗਿਆ ਹਾਂ। ਦੇਖੋ, ਤੁਸੀਂ ਦੂਜੇ ਸ਼ਹਿਰਾਂ ਦੇ ਲੋਕਾਂ ਦੀਆਂ ਬੁਰੀਆਂ ਆਦਤਾਂ ਹੁੰਦੀਆਂ ਹਨ। ਅਸੀਂ ਹਰ ਰਾਤ ਦੇਰ ਰਾਤ ਘਰ ਵਾਪਸ ਆਉਂਦੇ ਹਾਂ, ਜਦਕਿ ਸਾਡੇ ਸ਼ਹਿਰ ਵਿੱਚ ਅਜਿਹਾ ਨਹੀਂ ਹੁੰਦਾ। ਇੱਥੇ ਸਾਰੇ ਆਦਮੀ ਜਲਦੀ ਹੀ ਘਰ ਆ ਜਾਂਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਸੌਂ ਜਾਂਦੇ ਹਨ। ਇੱਥੋਂ ਦੇ ਮਰਦ ਤਾਂ ਦੇਰ ਰਾਤ ਤੱਕ ਦੋਸਤਾਂ ਨਾਲ ਵੀ ਨਹੀਂ ਬੈਠਦੇ, ਸਗੋਂ ਦੇਰ ਰਾਤ ਤੱਕ ਘਰੋਂ ਬਾਹਰ ਨਹੀਂ ਨਿਕਲਦੇ ਅਤੇ ਔਰਤਾਂ ਵੀ ਘਰੋਂ ਬਾਹਰ ਨਹੀਂ ਨਿਕਲਦੀਆਂ। ਜਦੋਂ ਕਿ ਬੱਚਿਆਂ ਤੇ ਵੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਹਰ ਕੋਈ ਰਾਤ ਨੂੰ 8 ਵਜੇ ਸੌਂ ਜਾਂਦਾ ਹੈ ਅਤੇ ਸਵੇਰੇ 6 ਵਜੇ ਉੱਠਦਾ ਹੈ। ਦਰਅਸਲ ਮੈਂ ਸੁਣਿਆ ਹੈ ਕਿ ਦੂਜੇ ਸ਼ਹਿਰਾਂ ਦੇ ਮੁੰਡੇ ਕੁੜੀਆਂ ਰਾਤ ਨੂੰ 1 ਜਾਂ 2 ਵਜੇ ਹੀ ਘਰ ਆਉਂਦੇ ਹਨ, ਪਰ ਇੱਥੇ ਅਜਿਹਾ ਕੁਝ ਨਹੀਂ ਹੈ। ਇੱਥੇ ਸਾਡਾ ਤਰੀਕਾ ਬਹੁਤ ਵੱਖਰਾ ਹੈ। ਤੁਸੀਂ ਵੀ ਇੱਥੇ ਆਪਣੇ ਤਰੀਕੇ ਨਾਲ ਹੀ ਚੱਲ ਰਹੇ ਸੀ। ਜਦੋਂ ਅਸੀਂ ਦੋਵੇਂ ਫੈਕਟਰੀ ਤੋਂ ਆਉਂਦੇ ਸੀ, ਤੁਸੀਂ ਰਾਤ ਦਾ ਖਾਣਾ ਖਾ ਕੇ ਇੱਥੋਂ ਚਲੇ ਜਾਂਦੇ ਸੀ ਅਤੇ ਮੈਂ ਘਰ ਵਿੱਚ ਇਕੱਲੀ ਹੁੰਦੀ ਸੀ ਅਤੇ ਤੁਹਾਡੀ ਉਡੀਕ ਕਰਦੀ ਰਹਿੰਦੀ ਸੀ। ਮੈਨੂੰ ਤੁਹਾਡਾ ਇਹ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ। ਮੇਰੀ ਗੱਲ ਤੇ ਨਾਰਾਜ਼ ਨਾ ਹੋਣਾ, ਪਰ ਤੁਹਾਡਾ ਇਹ ਤਰੀਕਾ ਬਹੁਤ ਗਲਤ ਸੀ। ਤੁਹਾਨੂੰ ਰਾਤ ਨੂੰ ਘਰ ਹੋਣਾ ਚਾਹੀਦਾ ਹੈ ਅਤੇ ਆਪਣੀ ਪਤਨੀ ਦਾ ਧਿਆਨ ਰੱਖਣਾ ਚਾਹੀਦਾ ਹੈ। ਭਾਵੇਂ ਤੁਸੀਂ ਘਰ ਦੇ ਕੰਮਾਂ ਵਿੱਚ ਵੀ ਮੇਰੀ ਮਦਦ ਕਰਦੇ ਹੋ, ਪਰ ਤੁਹਾਨੂੰ ਬਾਹਰ ਜਾਣ ਦਾ ਜ਼ਿਆਦਾ ਫਿਕਰ ਲੱਗੀ ਰਹਿੰਦੀ ਸੀ। ਮੈਂ ਸੋਚਿਆ ਕਿ ਜੇ ਮੈਂ ਤੁਹਾਡੇ ਨਾਲ ਲੜਾਈ ਕਰਾਂਗੀ ਤਾਂ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ। ਸ਼ਾਇਦ ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓਗੇ, ਤੁਸੀਂ ਮੇਰੇ ਨਾਲ ਲੜੋਗੇ, ਪਰ ਤੁਹਾਨੂੰ ਵਿਆਹ ਤੋਂ ਬਾਅਦ ਬਦਲਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਮੈਨੂੰ ਸੱਚ ਦੱਸ ਕਿ ਤੁਹਾਨੂੰ ਇਹ ਪਸੰਦ ਨਹੀਂ ਹੈ ਕਿ ਤੁਸੀਂ ਘਰ ਵਿੱਚ ਰਹੋ ਅਤੇ ਆਪਣੀ ਪਤਨੀ ਦਾ ਧਿਆਨ ਰੱਖੋ। ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਗੈਰ ਹਾਜ਼ਰੀ ਵਿੱਚ ਕੋਈ ਘਰ ਵਿੱਚ ਦਾਖਲ ਹੋ ਸਕੇ ਜਾਂ ਕੋਈ ਤੁਹਾਡੀ ਪਤਨੀ ਨੂੰ ਨੁਕਸਾਨ ਪਹੁੰਚਾ ਸਕੇ। ਕੀ ਤੁਹਾਨੂੰ ਇਹ ਪਸੰਦ ਆਵੇਗਾ? ਉਸਨੇ ਨਜ਼ਰ ਚੁਰਾਉਂਦੇ ਹੋਏ ਕਿਹਾ। ਇਸੇ ਲਈ ਮੈਂ ਇਹ ਸਭ ਕਰ ਰਹੀ ਸੀ। ਮੈਂ ਬਸ ਇਹ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਰਾਤ ਨੂੰ ਜਲਦੀ ਘਰ ਆ ਜਾਓ ਅਤੇ ਜਲਦੀ ਸੌਂ ਜਾਓ। ਇਸ ਸ਼ਹਿਰ ਵਿੱਚ ਬਹੁਤ ਅਪਰਾਧ ਹੈ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਪਤੀ ਕਿਸੇ ਗਲਤ ਕੰਮ ਵਿੱਚ ਫਸ ਜਾਵੇ ਜਾਂ ਲੋਕ ਉਸ ਨੂੰ ਮੁਸੀਬਤ ਵਿੱਚ ਪਾ ਦੇਣ। ਅਸੀਂ ਆਮ ਲੋਕ ਹਾਂ। ਜੇਕਰ ਅਸੀਂ ਆਪਣੀ ਜ਼ਿੰਦਗੀ ਆਸਾਨੀ ਨਾਲ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਤਰੀਕੇ ਬਦਲਣੇ ਪੈਣਗੇ ਅਤੇ ਮੈਂ ਇਹੀ ਕਰ ਰਹੀ ਸੀ। ਤੁਹਾਡੇ ਨਾਲ ਆਪਣੇ ਤੌਰ ਤਰੀਕੇ ਬਦਲ ਰਹੀ ਸੀ। ਤੁਹਾਡੇ ਪਿੰਡ ਵਿੱਚ ਤਾਂ ਅਜਿਹਾ ਹੁੰਦਾ ਹੋਵੇਗਾ ਕਿ ਤੁਸੀਂ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਂਦੇ ਹੋਵੋਗੇ, ਪਰ ਇੱਥੇ ਅਜਿਹਾ ਨਹੀਂ ਹੈ। ਇੱਥੇ ਰਾਤ ਹੋਣ ਤੋਂ ਬਾਅਦ ਬੱਚਾ ਵੀ ਘਰੋਂ ਬਾਹਰ ਨਹੀਂ ਨਿਕਲਦਾ। ਇਸੇ ਲਈ ਇੱਥੇ ਹਰ ਵਿਅਕਤੀ ਸਵੇਰੇ ਜਲਦੀ ਉੱਠ ਕੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਵਿਹਲਾ ਹੋ ਜਾਂਦਾ ਹੈ ਅਤੇ ਫਿਰ ਸੌਂ ਜਾਂਦਾ ਹੈ। ਅਤੇ ਜਿੱਥੋਂ ਤੱਕ ਤੁਹਾਡੀ ਨੀਂਦ ਦਾ ਸਵਾਲ ਹੈ, ਮੈਂ ਇੱਕ ਵੱਖਰੀ ਕਿਸਮ ਦੇ ਮੱਛਰਾਂ ਵਾਲੀ ਕੋਇਲ ਦੀ ਵਰਤੋਂ ਕਰਦੀ ਹਾਂ ਜੋ ਨਾ ਸਿਰਫ ਮੱਛਰਾਂ ਨੂੰ ਦੂਰ ਕਰਦੀ ਹੈ ਬਲਕਿ ਇਸ ਦੀ ਖੁਸ਼ਬੂ ਕਾਰਨ ਸਾਨੂੰ ਦੋਵਾਂ ਨੂੰ ਨੀਂਦ ਵੀ ਆ ਜਾਂਦੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਸੌਣ ਤੋਂ ਬਾਅਦ ਮੈਂ ਕਿਤੇ ਜਾਂਦੀ ਹਾਂ ਜਾਂ ਕਿਸੇ ਨੂੰ ਮਿਲਦੀ ਹਾਂ ਜਾਂ ਕੋਈ ਹੋਰ ਕੰਮ ਕਰਦੀ ਹਾਂ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਮੈਂ ਰਾਤ ਨੂੰ ਉਸੇ ਸਮੇਂ ਸੌਂ ਜਾਂਦੀ ਹਾਂ। ਕਮਰੇ ਵਿੱਚ ਹੋਣ ਵਾਲੀਆਂ ਕੋਇਲਾਂ ਦੇ ਕਾਰਨ ਘਰ ਆਉਂਦੇ ਹੀ ਤੁਹਾਨੂੰ ਨੀਂਦ ਆਉਣ ਲੱਗਦੀ ਹੈ ਅਤੇ ਇਹ ਇਸ ਕਮਰੇ ਦੀ ਖਾਸ ਗੱਲ ਹੈ। ਮੈਂ ਇਹ ਸਭ ਜਾਣ ਬੁੱਝ ਕੇ ਕੀਤਾ ਤਾਂ ਕਿ ਸਾਡੇ ਦੋਵਾਂ ਦੀ ਜ਼ਿੰਦਗੀ ਆਸਾਨ ਹੋ ਜਾਵੇ। ਅਤੇ ਦੇਖੋ, ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਸ਼ੱਕ ਨਾ ਕਰਿਆ ਕਰੋ। ਜੇ ਤੁਸੀਂ ਮੈਨੂੰ ਨਾ ਪੁੱਛਦੇ ਤਾਂ ਤੇਰੀ ਹੱਸਦੀ ਹੋਈ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਸ਼ੱਕ ਇੱਕ ਅਜਿਹੀ ਚੀਜ਼ ਹੈ ਜੋ ਲੋਕਾਂ ਦੇ ਘਰਾਂ ਅਤੇ ਉਹਨਾਂ ਦੀ ਸਾਰੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ। ਰੱਬ ਦਾ ਸ਼ੁਕਰ ਹੈ ਕਿ ਮੇਰੀ ਪਤਨੀ ਸਮਝਦਾਰ ਸੀ ਅਤੇ ਮੈਨੂੰ ਸਮਝਾਉਣ ਲਈ ਇੱਕ ਨਵਾਂ ਤਰੀਕਾ ਲੱਭਿਆ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।